ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਔਰ ਇਹ ਵੀ ਆਸ ਕਰਦੇ ਹਾਂ ਕਿ ਜਿਹੜਾ ਗਿਆਨ ਆਪਾਂ ਸਾਂਝ ਪਾ ਰਹੇ ਹਾਂ ਉਹ ਵੀ ਹੌਲੀ ਹੌਲੀ ਸਾਡੇ ਡਾਈਜੈਸਟ ਹੋਣਾ ਸ਼ੁਰੂ ਹੋ ਗਿਆ ਹੋ। ਗੁਰੂ ਨੇ ਸਾਨੂੰ ਕੀ ਕਰਨ ਨੂੰ ਕਿਹਾ, ਸਾਨੂੰ ਕੀ ਉਪਦੇਸ਼ ਦਿੱਤਾ ਔਰ ਅਸੀਂ ਉਹ ਉਪਦੇਸ਼ ਦਾ ਕੀ ਬਣਾ ਕੇ ਅਸੀਂ ਵਿਦਆਊਟ ਐਨੀ ਰਿਜ਼ਲਟ ਆਪਣੇ ਜੀਵਨ ਦੇ ਵਿੱਚ ਟੱਕਰਾਂ ਮਾਰ ਰਹੇ ਹਾਂ। ਬਿਕੋਜ਼ ਜਿਹੜੀ ਚੀਜ਼ ਮੇਨ ਉਹਨਾਂ ਨੇ ਕਹੀ ਸੀ ਉਹ ਅਸੀਂ ਮਿਸ ਕਰ ਦਿੱਤੀ ਔਰ ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਉਸੇ ਚੀਜ਼ ਦੇ ਉੱਤੇ ਜ਼ੋਰ ਦਿੰਦੇ ਆ ਰਹੇ। ਗੁਰੂ ਸਾਹਿਬ ਬਖਸ਼ਿਸ਼ ਕਰਨ ਸਾਡੇ ਸਾਰਿਆਂ ਤੇ, ਸਾਨੂੰ ਨਾਮ ਜਪਣ ਦੀ ਪ੍ਰੇਰਨਾ ਦੇਣ, ਬਲ ਬਖਸ਼ਣ ਔਰ ਅਸੀਂ ਇਹ ਨਾਮ ਜਪ ਕੇ ਇਸ ਗੁਰਬਾਣੀ ਨੂੰ ਜਾਣ ਸਕੀਏ। ਨਾਮ ਹੀ ਕੁੰਜੀ ਹੈ ਇਸ ਗੁਰਬਾਣੀ ਦੀ, ਹੋਰ ਕੋਈ ਕੁੰਜੀ ਨਹੀਂ ਹੈ, ਹੋਰ ਕੋਈ ਕੁੰਜੀ ਨਹੀਂ ਹੈ। ਪ੍ਰਚਾਰਿਆ ਗਿਆ ਕਿ ਫਲਾਣੀ ਚੀਜ਼ ਕੁੰਜੀ ਹੈ, ਆਹ ਚੀਜ਼ ਕੁੰਜੀ ਹੈ। ਗੁਰਬਾਣੀ ਦੀ ਕੁੰਜੀ ਕੇਵਲ ਨਾਮ ਹੈ। ਜੋ ਨਾਮ ਅਭਿਆਸ, ਸ਼ਬਦ ਅਭਿਆਸ ਇਮਾਨਦਾਰੀ ਦੇ ਨਾਲ ਕਰੇਗਾ ਉਹਨੂੰ ਇਹ ਬਖਸ਼ਿਸ਼ ਹੋਣੀ ਸ਼ੁਰੂ ਹੋ ਜਾਏਗੀ। ਗਿਆਨ ਆਪਾਂ ਸਾਂਝਾ ਕਰ ਰਹੇ ਹਾਂ ਸਾਰੇ ਕੋਸ਼ਿਸ਼ ਕਰਕੇ, ਲੇਕਿਨ ਇਹ ਇੱਕ ਅਨੁਭਵ ਜਿਹੜਾ ਹੈ, ਐਕਸਪੀਰੀਅੰਸ ਜਿਹੜਾ ਹੈ, ਉਹ ਨਾਮ ਜਪਣ ਕਰਕੇ ਉਹ ਤੁਸੀਂ ਆਪ ਕਰਨਾ ਔਰ ਉਹ ਹੁੰਦਾ ਜ਼ਰੂਰ ਹੈ। ਸਭ ਤੋਂ ਪਹਿਲਾ ਐਕਸਪੀਰੀਅੰਸ ਇਹ ਹੁੰਦਾ ਹੈ ਤੁਹਾਡੇ ਕੰਨਾਂ ਦੇ ਵਿੱਚ ਧੁਨੀ ਦੀ ਆਵਾਜ਼ ਆਪ ਮੁਹਾਰੇ ਆਉਣੀ ਸ਼ੁਰੂ ਹੋ ਜਾਂਦੀ ਹੈ। ਕੰਨਾਂ ਦੇ ਵਿੱਚ ਧੁਨੀ ਦੀ ਆਵਾਜ਼ ਆਪ ਮੁਹਾਰੇ ਆਉਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਵਾਰ ਦਾ ਜਿਹੜਾ ਗਿਆਨ ਹੈ ਵਿਚਾਰਦੇ ਆ ਰਹੇ ਹਾਂ। 11 ਪੌੜੀਆਂ ਅਸੀਂ ਵਿਚਾਰ ਚੁੱਕੇ ਹਾਂ ਵਾਰ ਦੀਆਂ, ਬੜੀ ਡੀਟੇਲ ਦੇ ਵਿੱਚ ਇੱਕ ਇੱਕ ਕਰਕੇ, ਔਰ ਉਹ ਸਾਰਾ ਆਪਣੇ YouTube ਚੈਨਲ ਤੇ ਰਿਕਾਰਡ ਵੀ ਚੜਾ ਰਹੇ ਹਾਂ ਤਾਂ ਕਿ ਹੋਰ ਵੀ ਸੱਜਣ ਸੁਣ ਸਕਣ। ਅੱਜ ਅਸੀਂ ਵਾਰ ਦੀ 12ਵੀਂ ਪੌੜੀ ਵਿਚਾਰਨੀ ਹੈ ਔਰ ਇਹਦੇ ਵਿੱਚ ਵਾਰ ਦਾ ਰਹਾਉ ਲੁਕਿਆ ਪਿਆ। ਇਹ ਹੈ ਵਾਰ ਦਾ ਰਹਾਉ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ। ਇਹ ਸਾਰਾ ਸਿਸਟਮ, ਇਹ ਸਾਰੀ ਪ੍ਰਣਾਲੀ ਆਪਾਂ ਜਾਣਦੇ ਹਾਂ ਕਿ ਰਹਾਉ ਜਿਹੜਾ ਹੈ ਉਹ ਤੱਤ ਵਸਤੂ ਹੁੰਦਾ ਹੈ ਔਰ ਇਹ ਤੱਤ ਵਸਤੂ ਨੂੰ ਸਾਨੂੰ ਥੋੜਾ ਬਹੁਤ ਚਲੋ ਵਾਰ ਸੁਣਦੇ ਵੀ ਜਾਂ ਪੜ੍ਹਦੇ ਵੀ ਪਤਾ ਲੱਗ ਜਾਂਦਾ, ਪਰ ਇੰਨਾ ਜਿਹੜਾ ਗਲਤ ਸਿਸਟਮ ਹੈ ਔਰ ਅੱਜ ਤੱਕ ਕਿਸੇ ਨੇ ਆਵਾਜ਼ ਨਹੀਂ ਚੁੱਕੀ ਇਸ ਸਿਸਟਮ ਦੇ ਵਿਰੁੱਧ ਕਿ ਰਾਗੀ ਜਥੇ ਜਾਂ ਕੀਰਤਨੀ ਜਥੇ ਜਿੰਨੀਆਂ ਵੀ ਸੰਪਰਦਾਵਾਂ ਨੇ ਇਹ ਵਾਰ ਦਾ ਕੀਰਤਨ ਤਾਂ ਕਰਦੇ ਆ, ਲੇਕਿਨ ਉਹਦੇ 'ਚ ਛੱਕੇ ਰਲਾਏ ਹੋਏ ਨੇ। ਉਹ ਮਹੱਲੇ ਚੌਥੇ ਦੀ ਬਾਣੀ ਹੈ, ਵਾਰ ਦੇ ਨਾਲੋਂ ਬਿਲਕੁਲ ਜੁਦਾ ਬਾਣੀ ਹੈ। ਔਰ ਚਲੋ ਇੰਨੀ ਸਾਡੀ ਹੈਸੀਅਤ ਨਹੀਂ ਹੈ ਵੀ ਚੈਲੰਜ ਕਿਸੇ ਨੂੰ ਕੀ ਕਰਨਾ,
ਪਰ ਇਹ ਬੇਨਤੀ ਜ਼ਰੂਰ ਕਰਦੇ ਹਾਂ ਕਿ ਉਹ ਇੱਕ ਛੱਕਾ ਜਿਹੜਾ ਹੈ ਉਹ ਸ਼ਲੋਕ ਨਾਲ, ਪੌੜੀ ਨਾਲ ਮੇਲ ਹੀ ਨਹੀਂ ਖਾਂਦਾ। ਅੱਛਾ, ਫਿਰ ਜਿਹੜੇ ਸ਼ਬਦ ਪੜ੍ਹਦੇ ਹੈ ਰਾਗੀ ਜਥੇ ਵਿੱਚ, ਉਹ ਛੱਕਿਆਂ ਦੇ ਨਾਲ ਰਲਾ ਕੇ ਪੜ੍ਹਦੇ ਆ। ਫਿਰ ਭਾਈ ਵਾਰ ਦਾ ਕਿੱਥੋਂ ਪਤਾ ਲੱਗਣਾ ਸੀ? ਵਾਰ ਤੇ ਫਿਰ ਵਿੱਚ ਦੱਬੀ ਗਈ ਨਾ, ਕਿਉਂਕਿ ਉਹ ਹਾਈਲਾਈਟਡ ਹੀ ਨਹੀਂ ਹੋਈ। ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕਿ ਸ਼ਲੋਕ ਦੇ ਨਾਲ ਦਾ ਸ਼ਬਦ ਪੜ੍ਹਿਆ ਜਾਏ, ਪੌੜੀ ਦੇ ਨਾਲ ਦਾ ਸ਼ਬਦ ਪੜ੍ਹਿਆ ਜਾਏ। ਔਰ ਚਲੋ ਇਹ ਕੋਸ਼ਿਸ਼ ਤੇ ਕੀ ਕਰਨੀ ਸੀ, ਕਿਸੇ ਨੇ ਆਵਾਜ਼ ਵੀ ਨਹੀਂ ਚੱਕੀ। ਅਸੀਂ ਇਹ ਸ਼ੁਰੂਆਤ ਦੇ ਵਿੱਚ, ਇੰਟਰੋਡਕਸ਼ਨ ਦੇ ਵਿੱਚ ਵਾਰ ਦੀ ਉੱਥੇ ਜਿਹੜੀ ਪਹਿਲੀ ਅਸੀਂ ਬੈਠਕ ਲਾਈ ਹੈ, ਉਹ ਬਿਲਕੁਲ ਇਸ ਇੰਟਰੋਡਕਸ਼ਨ ਦੇ ਉੱਤੇ ਲਾਈ ਹੈ। ਸੋ ਇਸ ਚੀਜ਼ ਨੂੰ ਧਿਆਨ 'ਚ ਰੱਖਣਾ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ ਵਾਰ, ਉਸੇ ਤਰ੍ਹਾਂ ਪੜ੍ਹਨੀ ਹੈ। ਇਹ ਸਾਡੀ ਕੀ ਹੈਸੀਅਤ ਹੈ ਵੀ ਅਸੀਂ ਵਿੱਚ ਰਲਾ ਦਈਏ। ਔਰ ਇਹ ਦੇਖੋ ਆ ਜਿਹੜਾ ਸ਼ਲੋਕ ਹੈ, ਦੁੱਖ ਦਾਰੂ ਸੁਖ ਰੋਗ ਪਿਆ, ਇਹ ਸ਼ਾਮ ਨੂੰ ਰਹਿ ਰਾਸ ਦੇ ਵਿੱਚ ਲਾਇਆ ਹੈ। ਰਹਿ ਰਾਸ ਦੇਖੋ, ਪਹਿਲੀ ਗੱਲ ਤੇ ਰਹਿ ਰਾਸ ਨਾਮ ਦੀ ਕੋਈ ਬਾਣੀ ਨਹੀਂ ਹੈ। ਕਿਸੇ ਬਾਣੀ ਦਾ ਹੈਡਿੰਗ ਰਹਿ ਰਾਸ ਨਹੀਂ ਹੈ। ਇਹ ਆਪ ਹੀ ਬਣਾ ਲਿਆ। ਕਿੰਨੇ ਬਣਾਇਆ, ਕਦੋਂ ਬਣਾਇਆ, ਸਾਨੂੰ ਨਹੀਂ ਇਸ ਬਾਰੇ ਪਤਾ, ਨਾ ਅਸੀਂ ਉੱਧਰ ਜਾਣਾ ਹੀ ਚਾਹੁੰਦੇ ਹਾਂ। ਲੇਕਿਨ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਪੜ੍ਹਦੇ ਹਾਂ, ਵਿਚਾਰਦੇ ਹਾਂ, ਧਿਆਨ ਦਿੰਦੇ ਹਾਂ, ਜਪ ਬਾਣੀ ਦੇ ਬਾਅਦ ਇਹ ਸੋਦਰ ਦੀ ਬਾਣੀ ਹੈ। ਸੋਦਰ ਦੇ ਪੌੜੇ ਤੋਂ ਸ਼ੁਰੂ ਹੁੰਦੀ ਹੈ ਔਰ ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਉਸ ਸ਼ਬਦ ਤੇ ਇਹ ਸਮਾਪਤ ਹੁੰਦੀ ਹੈ। ਫਿਰ ਦੇਖੋ, ਫਿਰ ਉਹਦੇ ਚ ਚੌਪਈ ਸਾਹਿਬ ਅਸੀਂ ਲਾਤੀ ਰਹਿ ਰਸ ਦੀ ਬਾਣੀ ਚ ਆਪ ਹੀ, ਠੀਕ ਹੈ। ਸਾਰੇ ਅਸੀਂ ਕਸੂਰਵਾਰ ਹਾਂ, ਅਸੀਂ ਕਿਸੇ ਨੂੰ ਨਹੀਂ ਕਸੂਰਵਾਰ ਠਹਿਰਾਉਂਦੇ, ਸਾਰੇ ਅਸੀਂ ਵਿੱਚ ਹੀ ਹਾਂ। ਫਿਰ ਉਹਦੇ ਬਾਅਦ ਚੌਪਈ ਦੇ ਬਾਅਦ ਦੂਜਾ ਆਨੰਦ ਬਾਣੀ ਦਾ ਪਾਠ ਹੈ। ਉਹ ਪਹਿਲੀਆਂ 5 ਪੌੜੀਆਂ ਪੜ੍ਹ ਕੇ ਵਿੱਚੋਂ ਮਿਸ ਕਰ ਦਿੰਦੇ ਆ, ਔਰ ਅਖੀਰ ਤੇ ਫਿਰ 40ਵੀਂ ਪੌੜੀ ਪੜ੍ਹ ਕੇ ਚਲੋ ਜੀ ਪੈ ਗਿਆ ਭੋਗ। ਇਹ ਰਾਈਟ ਕਿਹਨੇ ਦਿੱਤਾ ਭਾਈ? ਕਦੇ ਇਦਾਂ ਹੋਇਆ ਵੀ ਪਹਿਲੀ, ਦੂਜੀ, ਤੀਜੀ, ਚੌਥੀ ਕਲਾਸ, 5ਵੀਂ ਕਲਾਸ ਪੜ੍ਹ ਕੇ ਬੱਚਾ ਸਿੱਧੀ MA ਕਰ ਲੇ ਜਾਂ ਡਿਗਰੀ ਕਰ ਲੇ? ਇਹ ਪ੍ਰਥਾਵਾਂ ਚਲਾਤੀਆਂ। ਮੈਂ ਇੱਕ ਲਫ਼ਜ਼ ਯੂਜ਼ ਕਰੂੰ, ਅਗਿਆਨੀਆਂ ਨੇ, ਅਗਿਆਨੀਆਂ ਦੇ ਵੱਸ ਅਸੀਂ ਪੈ ਗਏ, ਔਰ ਉਹਨਾਂ ਨੇ ਸਾਡਾ ਜਿਹੜਾ ਸਿਸਟਮ ਸੀ ਉਹ ਖਰਾਬ ਕਰਕੇ ਰੱਖ ਦਿੱਤਾ। ਔਰ ਇਹਨੂੰ ਬੋਲਣਾ ਨਹੀਂ ਕਿਸੇ ਨੇ, ਔਰ ਇਹਨੂੰ ਠੀਕ ਕਰਨਾ ਕਿੰਨਾ ਮੁਸ਼ਕਲ ਹੈ, ਤੁਸੀਂ ਇਹਦਾ ਅੰਦਾਜ਼ਾ ਆਪ ਲਾ ਸਕਦੇ ਹੋ। ਅੱਛਾ, ਹੁਣ ਆਓ ਚਲੋ ਆਪਾਂ ਅੱਜ ਸ਼ੁਰੂ ਕਰਦੇ ਹਾਂ ਸ਼ਲੋਕ ਮਹੱਲਾ ਪਹਿਲਾ। ਇਹ 12ਵੀਂ ਪੌੜੀ ਹੈ। ਬੜੇ ਧਿਆਨ ਦੇ ਨਾਲ ਆਪਾਂ ਇਹ ਚੀਜ਼ਾਂ ਸਰਵਣ ਕਰਨੀਆਂ, ਔਰ ਇਹ ਬਹੁਤ ਡੂੰਘੀ ਚੀਜ਼ ਹੈ। ਅੱਜ ਸ਼ਲੋਕ ਇਹ ਜੇਕਰ ਸਾਡੇ ਚੀਜ਼ ਸਮਝ ਆ ਗਈ ਤੇ ਬਾਣੀ ਤੁਸੀਂ ਜਿਹੜੀ ਅਗਲੀ ਹੈ ਉਹ ਸਾਡੇ ਬਿਲਕੁਲ ਜਿਹੜੀ ਆ ਉਹ ਸੁਖਾਲੀ ਹੁੰਦੀ ਜਾਓ। ਹੁਣ ਪਹਿਲੀ ਚੀਜ਼ ਨੂੰ ਅੱਜ ਅਸੀਂ ਚੰਗੀ ਤਰ੍ਹਾਂ ਨਖੇੜਨ ਦੀ ਕੋਸ਼ਿਸ਼ ਕਰਨੀ ਹੈ। ਇਹ ਜਿਹੜਾ ਸ਼ਬਦ ਹੈ, ਜਿਹੜਾ ਸ਼ਲੋਕ ਹੈ, ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਪਹਿਲਾਂ ਮੈਂ ਉਹ ਦੱਸਦਾ ਜਿਹੜੇ ਇਹਦੇ ਅਰਥ ਪੜ੍ਹਾਏ ਜਾਂਦੇ ਆ। ਇਹ ਕਹਿੰਦੇ ਆ ਜੀ, ਹੇ ਪ੍ਰਭੂ ਤੇਰੀ ਅਜਬ ਕੁਦਰਤ ਹੈ ਕਿ ਵਿਪਤਾ ਜੀਵਾਂ ਦੇ ਰੋਗਾਂ ਦਾ ਇਲਾਜ ਬਣ ਜਾਂਦੀ ਹੈ ਅਤੇ ਸੁੱਖ ਉਹਨਾਂ ਲਈ ਦੁੱਖ ਦਾ ਕਾਰਨ ਹੋ ਜਾਂਦਾ ਹੈ। ਪਰ ਜੇ ਅਸਲੀ ਆਤਮਿਕ ਸੁੱਖ ਜੀਵ ਨੂੰ ਮਿਲ ਜਾਏ ਤਾਂ ਦੁੱਖ ਨਹੀਂ ਰਹਿੰਦਾ। ਇਹਨਾਂ ਨੇ ਇੰਨਾ ਕੁ ਕਹਿ ਕੇ ਆਪਣੀ ਗੱਲ ਜਿਹੜੀ ਆ ਉਹ ਮੁਕਾ ਦਿੱਤੀ। ਸੋ ਮੈਂ ਅਰਥ ਵੀ ਅੱਜ ਡਿਸਪਲੇ ਕਰਨ ਦੀ ਕੋਸ਼ਿਸ਼ ਕਰ ਰਿਹਾ। ਜੇਕਰ ਤੁਹਾਡੇ ਤੋਂ ਆਈਪੈਡ ਜਾਂ ਫੋਨ ਤੇ ਪੜ੍ਹੇ ਜਾਣ, ਮੈਂ ਹੂਬਹੂ
ਉਹੀ ਪੜ੍ਹ ਰਹੇ ਹਾਂ। हे ਪ੍ਰਭੂ ਤੇਰੀ ਅਜਬ ਕੁਦਰਤ ਹੈ ਕਿ ਬਿਪਤਾ ਜੀਵਾਂ ਦੇ ਰੋਗਾਂ ਦਾ ਇਲਾਜ ਬਣ ਜਾਂਦੀ ਹੈ ਅਤੇ ਸੁੱਖ ਉਹਨਾਂ ਲਈ ਦੁੱਖ ਦਾ ਕਾਰਨ ਹੋ ਜਾਂਦਾ। ਫਿਰ ਬਾਇਲੈਂਸ ਕਿੱਥੇ ਹੋਇਆ? ਫਿਰ ਜੀਵ ਨੂੰ ਕੀ ਫਾਇਦਾ ਹੋਇਆ? ਜੇ ਦੇਖੋ ਕਿੰਨੀ ਹਾਸੋਹੀਣੀ ਗੱਲ ਹੈ। ਬਿਪਤਾ ਜਿਹੜੀ ਹੈ ਉਹ ਰੋਗਾਂ ਦਾ ਇਲਾਜ ਬਣ ਗਈ ਅਤੇ ਸੁੱਖ ਉਹਨਾਂ ਲਈ ਦੁੱਖ ਦਾ ਕਾਰਨ ਬਣ ਗਿਆ। ਪਰ ਥੋੜਾ ਜਿਹਾ ਵਿਚਾਰੋ ਤੇ ਸਹੀ ਇਹਨੂੰ, ਅਸੀਂ ਪਾਗਲ ਥੋੜਾ ਬਣਨਾ। ਅਸੀਂ ਪਾਗਲ ਨਹੀਂ ਬਣਨਾ। ਫਿਰ ਬੰਦੇ ਨੇ ਹਾਸਲ ਕੀ ਕੀਤਾ? ਜੇ ਦੁੱਖ ਉਹਦੇ ਜੀਵਾਂ ਦੇ ਰੋਗਾਂ ਦਾ ਇਲਾਜ ਬਣ ਗਿਆ ਤੇ ਜਦੋਂ ਸੁੱਖ ਆਇਆ ਉਦੋਂ ਫਿਰ ਉਹ ਦੁੱਖ ਦਾ ਕਾਰਨ ਬਣ ਗਿਆ। ਹੈ ਨਾ ਹਾਸੋਹੀਣੀ ਗੱਲ? ਫਿਰ ਬੰਦੇ ਨੇ ਫਿਰ ਹਾਸਲ ਕੀ ਕੀਤਾ? ਬੰਦਾ ਤੇ ਫਿਰ ਰਿਹਾ ਉਹੀ ਖੋਖਲ ਦਾ ਖੋਖਲ ਹੀ। ਔਰ ਇਹ ਰੋਜ਼ ਪੜ੍ਹਦੇ ਹਾਂ ਅਸੀਂ। ਇਹਦੀ ਆ ਇਕੱਲੇ ਸ਼ਲੋਕ ਦੀ ਵਿਚਾਰ ਦੇ ਉੱਤੇ ਮੇਰਾ ਕੱਲ ਪਰਸੋਂ ਸਿਰ ਹਿੱਲ ਗਿਆ। ਮੈਂ ਕਿਹਾ ਬਾਬਾ ਨਾਨਕ ਸਾਨੂੰ ਕੀ ਦੱਸ ਰਿਹਾ? ਅਸੀਂ ਕੀ ਲਿਖ ਕੇ ਥੱਲੇ ਆ ਦੇਖੋ ਐਪ ਦੇ ਵਿੱਚ ਵੀ ਮੀਨਿੰਗ ਲਿਖੇ ਪਏ ਆ। ਇਹ ਤਾਂ ਅਸੀਂ ਡਿਸਪਲੇ ਨਹੀਂ ਕਰਦੇ ਵੀ ਇਹਨਾਂ ਨੂੰ ਡਿਸਪਲੇ ਕਰਕੇ ਕਰਨਾ ਕੀ ਹੈ। ਕੋਈ ਡੂੰਘਾਈ ਨਹੀਂ ਹੈ। ਦੇਖੋ ਹੁਣ ਆਪਾਂ ਇਹਨੂੰ ਵਿਚਾਰਦੇ ਹਾਂ। ਦੁੱਖ ਦੇ ਖੱਖੇ ਨੂੰ ਔਂਕੜ ਹੈ ਦਾਰੂ, ਸੁੱਖ ਦੇ ਖੱਖੇ ਨੂੰ ਔਂਕੜ ਹੈ ਰੋਗ, ਰੋਗ ਦੇ ਗੱਗੇ ਨੂੰ ਔਂਕੜ ਹੈ ਦੁੱਖ ਦਾਰੂ ਸੁੱਖ ਰੋਗ ਪਿਆ। ਜਾਂ ਸੁੱਖ ਤਾਂ ਮੈਂ ਨਾ ਹੋਈ। ਹੁਣ ਇਹਨੂੰ ਚੰਗੀ ਤਰ੍ਹਾਂ ਨਖੇੜਨਾ ਔਰ ਇਹਨੂੰ ਤੁਸੀਂ ਵੀ ਯਾਦ ਰੱਖਣਾ, ਜਿੰਨੇ ਵੀ ਸੱਜਣ ਸੁਣ ਰਹੇ ਹੋ, ਕਿ ਦੁੱਖਾਂ ਦਾ ਜਿਹੜਾ ਕਾਰਨ ਹੈ ਉਹ ਸਮਝ ਆ ਜਾਣ ਵਾਲੀ ਸੁਰਤ ਹੀ ਦਾਰੂ ਦਾ ਰੂਪ ਧਾਰਨ ਕਰਦੀ ਹੈ। ਫਿਰ ਮੈਂ ਰਿਪੀਟ ਕਰਦਾ, ਦੁੱਖਾਂ ਦਾ ਕਾਰਨ ਸਮਝ ਆ ਜਾਣ ਵਾਲੀ ਸੁਰਤ, ਜਿਹੜੀ ਸੁਰਤ ਨੂੰ ਦੁੱਖ ਦਾ ਕਾਰਨ ਪਤਾ ਲੱਗ ਜੇ, ਉਹ ਹੀ ਦਾਰੂ ਦਾ ਰੂਪ ਧਾਰਨ ਕਰਦੀ ਹੈ। ਸੁੱਖਾਂ ਦੀ ਜ਼ਿੰਦਗੀ ਵਿੱਚ ਅਕਾਲ ਪੁਰਖ ਨੂੰ, ਸਤਿਗੁਰ ਨੂੰ, ਕਰਤੇ ਪੁਰਖ ਨੂੰ, ਰੱਬ ਨੂੰ ਭੁੱਲਣ ਕਰਕੇ ਮੁਸੀਬਤਾਂ ਨੂੰ ਦਾਵਤ ਦਿੱਤੀ ਜਾਂਦੀ ਹੈ। ਪਰ ਜਦੋਂ ਅੰਦਰਲਾ ਸ਼ਬਦ ਰੂਪੀ ਸੁੱਖ ਮਿਲ ਜੇ ਤਾਂ ਸਾਰੇ ਦੁੱਖ, ਕਾਮਨਾਵਾਂ ਖਤਮ ਹੋ ਜਾਂਦੀਆਂ ਨੇ। ਇਹ ਹੁਣ ਆਪਾਂ ਰਹਾਓ ਤੇ ਆਉਣਾ, ਪਰ ਇਹ ਜਿਹੜਾ ਪਹਿਲਾ ਰਹਾਓ ਦਾ ਜਿਹੜਾ ਸ਼ਲੋਕ ਦੀਆਂ ਪਹਿਲੀਆਂ ਸਤਰਾਂ ਨੇ ਚੰਗੀ ਤਰ੍ਹਾਂ ਸਮਝ ਲਓ। ਪਹਿਲੀ ਗੱਲ, ਇੱਕ ਇਹਨਾਂ ਨੇ ਸਾਨੂੰ ਦੱਸਿਆ ਜੀ ਵੀ ਜੀਵ ਰੋਗੀ ਕਿਉਂ ਹੈ? ਕਿਉਂਕਿ ਉਹ ਸੁਖੀ ਹੈ। ਠੀਕ ਹੈ। ਫਿਰ ਜੀਵ ਦੇ ਦੁੱਖ ਦਾ ਇਲਾਜ ਕੀ ਹੈ? ਜਿਹੜੀ ਵਿਪਤਾ ਆਉਂਦੀ ਹੈ ਉਹਦੇ ਤੇ, ਉਹ ਇਲਾਜ ਬਣ ਜਾਂਦੀ ਹੈ। ਅੱਛਾ, ਇਲਾਜ ਕਰ ਲਿਆ, ਸੁਖੀ ਹੋ ਗਿਆ। ਫਿਰ ਜਦੋਂ ਸੁੱਖ ਮਿਲ ਗਿਆ ਤਾਂ ਫਿਰ ਉਹ ਦੁੱਖ ਦਾ ਕਾਰਨ ਬਣ ਗਿਆ। ਆ ਦੇਖੋ ਕਿੰਨੀ ਹਾਸੋਹੀਣੀ ਗੱਲ। ਹੁਣ ਇਹ ਚੀਜ਼ ਨੂੰ ਸਮਝੋ ਤੁਸੀਂ ਵੀ ਇਹਨੂੰ ਅਸੀਂ ਨਖੇੜਨਾ ਕਿੱਦਾਂ, ਇਹਨੂੰ ਅਸੀਂ ਕਿਵੇਂ ਆਪਾਂ ਇਹਨੂੰ ਖੋਲਣਾ। ਦੁੱਖ ਦਾਰੂ ਸੁੱਖ ਰੋਗ ਪਿਆ। ਦੇਖੋ ਦੁੱਖਾਂ ਦਾ ਕਾਰਨ ਜਿਹੜੀ ਸੁਰਤ ਨੂੰ, ਜਿਹੜੇ ਨਾਮ ਅਭਿਆਸੀ ਨੂੰ ਸਮਝ ਆ ਜੇ, ਉਹ ਜਿਹੜੀ ਸੁਰਤੀ ਹੈ ਉਹ ਫਿਰ ਦਾਰੂ ਦਾ ਰੂਪ ਧਾਰਨ ਕਰ ਜਾਂਦੀ ਹੈ। ਕਿਉਂਕਿ ਸੁਰਤੀ ਸਮਝਾਉਂਦੀ ਹੈ ਵੀ ਭਾਈ ਆਹ ਕੰਮ ਤੇਰਾ ਠੀਕ ਨਹੀਂ ਆ। ਹੁਣ ਸੁੱਖਾਂ ਦੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੂੰ ਭੁੱਲਣ ਕਰਕੇ ਮੁਸੀਬਤਾਂ ਨੂੰ ਦਾਵਤ ਦੇ ਦਿੰਨੇ ਆ ਅਸੀਂ। ਪਰ ਜਦੋਂ ਅੰਦਰਲਾ ਸ਼ਬਦ ਰੂਪੀ ਸੁੱਖ ਮਿਲ ਜਾਂਦਾ ਤਾਂ ਸਾਰੇ ਦੁੱਖ, ਕਾਮਨਾਵਾਂ ਖਤਮ ਹੋ ਜਾਂਦੀਆਂ ਨੇ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹੋ ਕਰੀ ਨਾ ਹੋਈ। ਪਰ ਇੱਥੇ ਵਿਅੰਗ ਕੱਸਿਆ ਕਿ ਹੇ ਵਾਹਿਗੁਰੂ ਤੂੰ ਕਰਨਹਾਰ ਕਰਤਾਰ ਹੈ, ਮੇਰੀ ਕੋਈ ਵੁਕਤ ਨਹੀਂ। ਜੇ ਮੈਂ ਇਹ ਸਮਝ ਲਵਾਂ ਕਿ ਮੈਨੂੰ ਤੇਰਾ ਗਿਆਨ ਹੋ ਗਿਆ ਤਾਂ ਇਹ ਗੱਲ ਬਿਲਕੁਲ ਨਹੀਂ ਜੱਚਦੀ।
तू करता करना मैं नाही, जा हो करी ना होई। मेरी समर्था नहीं मैं समझ सका। देखो किन्नी गरीबी रखी बाबे नानक ने। ते जे मैं अपने आप ਨੂੰ कुछ समझ लवां भी मैं बड़ा ज्ञानी है, मैं बड़ा नाम अभ्यासी है, लै भी गुरसिख मैं ही हाँ दुनिया ते चंगा, ते ये गल बिल्कुल फबदी नहीं, जचदी नहीं। बलहारी कुदरत वसिया, तेरा अंत न जाई लखिया। अकाल पुरख जी, तू ब्रह्मांड विच सर्व व्यापी है। मैं ते केवल गरीबी च रह के तेरी बंदगी ही कर सकता। बल हारना, ये मेरा ख्याल एक दिन सवाल भी विचों संगत चों आया सी भी ये बल हारना की है। बल हारना अज आपां खोलदे हैं इस शब्द दा अखरी अर्थ। बल हुंदा ताकत, भी वो बंदा बड़ा बलवान है। बल हारना, हुण अध्यात्म दे सफर दे उत्ते साडी ताकत की है? साडियां सियाणपां, चतराइयां, चलाकियां, जिन्हों असीं कहने आ भी असीं बड़े स्मार्ट हाँ, सानू सारा पता। पर बलहारी कुदरते वसिया। बल हारना की है? सियाणपां छड्ड के बंदगी करनी। सियाणपां छड्ड के बंदगी करनी ही बल हारना है। सियाणपां छड्ड के बंदगी। कुदरते वसिया, हे अकाल पुरख, तू ब्रह्मंड विच सर्व व्यापी है। मैं ते केवल बेनती रूप होके गरीबी च रह के तेरी बंदगी ही कर सकदा। आ हुंदा बल हारना। बंदगी करनी सियाणपां, चलाकियां, चतराइयां छड्ड के। तेरा अंत न जाई लखिया, तेरी विशालता दा अंदाजा कोई नहीं ला सकदा, तेरा अंत कोई नहीं पा सकदा। ये रहाओ है। हुण इदों बाद अज अध विच आपां पहुंचे हैं और अगे इन्ना क रोचक ज्ञान आना है और इन्ना क विशाल ज्ञान आना है कि उस ज्ञान ने बहुत शब्द जे वाहिगुरू ने किरपा कीती आपां अगे विचार तुरदी रही अपनी ते आपां नूं बड़ी हैल्प होनी है। सो ये चीज़ां याद रखनियां ने। दुख दारू ਜਦੋਂ ਦੁੱਖ ਆਏ ਉਹ दारू बन गया, ਜਦੋਂ ਸੁੱਖ ਆਏ ਉਹ ਰੱਬ ਨੂੰ ਭੁੱਲ ਗਿਆ, ਫਿਰ ਹਾਸਲ ਕੀ ਕੀਤਾ? ਜਿਹੜੀ ਸੁਰਤੀ ਹੈ, ਜਦੋਂ ਸੁਰਤੀ ਨੂੰ ਪਤਾ ਲੱਗ ਜੇ ਵੀ ਦੁੱਖਾਂ ਦਾ ਕਾਰਨ ਕੀ ਹੈ, ਉਹ ਸੁਰਤੀ ਫਿਰ ਤੁਹਾਡੇ ਵਾਸਤੇ दारू ਬਣੇਗੀ। ਸਮਝ, ਗਿਆਨ, ਕਿਉਂਕਿ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਆਪਾਂ ਸ਼ਬਦ ਵੀ ਪੜਿਆ, ਬਿਲਕੁਲ ਕਲੀਅਰ ਕੀਤਾ ਹੈ ਉਸ ਸ਼ਬਦ ਦੇ ਵਿੱਚ, ਮਨ ਰਸਕ ਰਸਨ ਨਾਮ ਜਪਤ ਤਹ ਪਾਪ ਖੰਡਲੀ, ਗਿਆਨ ਧਿਆਨ ਮਾਨ ਦਾਨ। ਜੇ ਆ ਚੀਜ਼ਾਂ ਲੈਣੀਆਂ, ਮਨ ਰਸਕ ਰਸਨ ਨਾਮ ਜਪਤ ਤਹ ਪਾਪ ਖੰਡਲੀ। ਉਦੋਂ ਤੱਕ ਰਸਨਾ ਦੇ ਨਾਲ ਨਾਮ ਜਪੋ ਜਦੋਂ ਤੱਕ ਰਸਨਾ ਦੇ ਵਿੱਚ ਰਸ ਨਾ ਆਉਣਾ ਸ਼ੁਰੂ ਹੋ ਜਾਏ। ਮਨ ਰਸਕ ਰਸਨ ਨਾਮ ਜਪਤ।
ਸੋ ਗਰੀਬੀ ਰੂਪ ਹੋ ਕੇ ਭਗਤੀ ਕਰਨੀ ਹੈ। ਕਰਤਾ ਪੁਰਖ ਬਹੁਤ ਵਿਸ਼ਾਲ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਵਿਸ਼ਾਲਤਾ ਦਾ ਘੇਰਾ ਨਹੀਂ ਅਸੀਂ ਮਿਣ ਸਕਦੇ। ਇਸ ਕਰਕੇ ਬਲ ਹਾਰਨਾ ਉਹਦੇ ਅੱਗੇ। ਇਸ ਕਰਕੇ ਇਸ ਰਸਤੇ ਤੇ ਕੋਈ ਚਤੁਰਾਈ ਚਲਾਕੀ ਨਹੀਂ ਚੱਲਣੀ। ਛੋਡੋ ਵੇਸ ਭੇਖ ਚਤੁਰਾਈ ਦੁਬਦਾ, ਇਹ ਫਲ ਨਾਹੀਂ ਜੀਓ। ਉਹਦੇ ਨਾਲ ਮਨ ਨਹੀਂ ਖੜਾ ਹੋਏਗਾ, ਭੰਬਲ ਭੂਸੇ ਚ ਪੈ ਜਾਾਂਗੇ ਅਸੀਂ। ਹਮੇਸ਼ਾ ਇਹੋ ਅਰਦਾਸ ਹੈ ਵੀ ਇਹ ਵਾਹਿਗੁਰੂ ਮੇਰੀ ਕੋਈ ਵੁਕਤ ਨਹੀਂ ਹੈ, ਜੇ ਮੈਂ ਇਹ ਸਮਝ ਲਵਾਂ ਕਿ ਮੈਨੂੰ ਤੇਰਾ ਗਿਆਨ ਹੋ ਗਿਆ। ਇਹ ਗੱਲ ਬਿਲਕੁਲ ਨਹੀਂ ਚੱਜ। ਆਓ ਹੁਣ ਆਪਾਂ ਅੱਗੇ ਚੱਲੀਏ। ਆਹ ਮੇਨ ਕਨਸੈਪਟ ਸੀਗਾ ਜਿਹੜਾ ਸ਼ਲੋਕ ਦਾ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਇਹ ਸੂਝ-ਬੂਝ ਪਾਈ, ਬਖਸ਼ਿਸ਼ ਕਰਕੇ, ਉਹਦਾ ਹੀ ਤਰਸ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਸ੍ਰਿਸ਼ਟੀ ਦੇ ਸਾਰੇ ਕੁੱਲ ਜੀਵਾਂ ਦੇ ਵਿੱਚ ਤੇਰਾ ਨੂਰ ਵਸ ਰਿਹਾ। ਸਾਰੇ ਜੀਵਾਂ ਵਿੱਚ ਤੇਰੀ ਹੀ ਜੋਤ ਹੈ। ਸਾਰੀਆਂ ਅਕਲਾਂ ਦਾ ਮਾਲਕ ਪ੍ਰਭੂ ਸਭ ਥਾਈਂ ਇੱਕ ਰਸ ਅਖੰਡ ਰੂਪ ਵਿੱਚ ਵਿਆਪਕ ਹੈ। ਉਹੀ ਪੂਰਾ ਸਤਿਗੁਰ, ਉਹੀ ਪੂਰਾ ਪ੍ਰਭੂ ਅਮਰੀਕਾ 'ਚ ਵੀ ਹੈ, ਉਹੀ ਪੂਰਾ ਪ੍ਰਭੂ ਕੈਨੇਡਾ ਵੀ ਹੈ, ਉਹੀ ਪੂਰਾ ਪ੍ਰਭੂ ਇੰਡੀਆ 'ਚ ਵੀ ਹੈ। ਸਭ ਥਾਂ ਇੱਕ ਰਸ ਇਕੁਅਲੀ ਉਹ ਵਿਆਪਕ ਹੈ, ਵਰਤ ਰਿਹਾ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਕੁੱਲ ਜੀਵਾਂ ਵਿੱਚ ਉਸੇ ਦਾ ਨੂਰ ਵਸ ਰਿਹਾ, ਉਸੇ ਦੀ ਜੋਤ ਹੈ। ਔਰ ਉਹ ਮਾਲਕ ਪ੍ਰਭੂ ਇੱਕ ਰਸ ਅਖੰਡ ਰੂਪ ਵਿੱਚ ਹਰ ਥਾਂ ਇੱਕੋ ਜਿਹਾ ਵਿਆਪਕ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਜਿਸ ਨੇ ਵੀ ਸਦਾ ਥਿਰ ਰਹਿਣ ਵਾਲੇ ਸਤ ਪ੍ਰਭੂ ਦੀ ਬੰਦਗੀ ਕੀਤੀ, ਉਹ ਮਾਇਆ ਸਾਗਰ ਤੋਂ ਪਾਰ ਹੋ ਜਾਂਦਾ। ਤੂੰ ਸੱਚਾ ਸਾਹਿਬ ਸਿਫਤੇ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਉਸ ਮਾਲਕ ਦੀ ਸਿਫਤ, ਬੰਦਗੀ, ਇਬਾਦਤ, ਭਗਤੀ ਜਿਨੇ ਵੀ ਕੀਤੀ, ਉਹ ਇਸ ਮਾਇਆ ਸਾਗਰ ਤੋਂ ਪਾਰ ਹੋ ਜਾਂਦਾ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹੇ ਆ। ਨਾਨਕ ਜੋਤ ਕੀ ਕਹਿੰਦੀ ਹੈ, ਬੰਦਿਆ ਤੂੰ ਕੇਵਲ ਪ੍ਰਭੂ ਦੀ ਇਬਾਦਤ ਕਰ। ਕਰਤੇ ਕੀਆਂ ਬਾਤਾਂ, ਕਰਤੇ ਕੀਆਂ ਬਾਤਾਂ, ਇੱਥੇ ਕੋਈ ਭੁਲੇਖਾ ਨਾ ਖਾਇਓ। ਕਰਤੇ ਕੀਆਂ ਬਾਤਾਂ ਕੇਵਲ ਬੰਦਗੀ ਹੈ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ। ਕਹੋ ਨਾਨਕ, ਬੰਦਿਆ ਤੂੰ ਕੇਵਲ ਅਕਾਲ ਪੁਰਖ ਦੀ ਇਬਾਦਤ ਕਰ। ਕਰਤੇ ਦੀਆਂ ਬਾਤਾਂ, ਕਰਤਾ ਪੁਰਖ ਉਹ ਕਰੇਗਾ ਜੋ ਉਸ ਨੂੰ ਮਨਜ਼ੂਰ ਹੈ। ਜੋ ਕਿਛ ਕਰਨਾ ਸੋ ਕਰ ਰਿਹਾ। ਉਹਦੇ ਕੰਮਾਂ 'ਚ, ਉਹਦੀ ਰਜ਼ਾ ਦੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਹੈ। ਇੱਥੇ ਸ਼ਲੋਕ ਕਲੋਜ਼ ਹੋ ਜਾਂਦਾ। ਬਲਹਾਰੀ ਕੁਦਰਤੇ ਵਸਿਆ। ਇੱਕ ਵਾਰੀ ਫੇਰ ਆਪਾਂ ਰਹਾਓ, ਕਿਉਂਕਿ ਇਹ ਬਹੁਤ ਸਾਡੇ ਕੰਮ ਆਉਣਾ, ਇਹਨੂੰ ਯਾਦ ਰੱਖਣਾ। ਰਹਾਓ, ਬ੍ਰਹਿਮੰਡ ਵਿੱਚ ਕਰਤਾ ਪੁਰਖ ਸਰਬ ਵਿਆਪੀ ਹੈ। ਅਸੀਂ ਕੀ ਕਰ ਸਕਦੇ ਹਾਂ? ਅਸੀਂ ਕੇਵਲ ਗਰੀਬੀ 'ਚ ਰਹਿ ਕੇ
ਉਸ ਕਰਤੇ ਪੁਰਖ ਦੀ ਬੰਦਗੀ ਕਰ ਸਕਦੇ ਹਾਂ। ਬਲ ਹਾਰਨ ਦਾ ਇਹੋ ਅਰਥ ਹੈ, ਸਰੈਂਡਰ ਕਰਕੇ, ਟੋਟਲੀ ਸਰੈਂਡਰ ਕਰਕੇ, ਸਿਆਣਪਾਂ ਚਤਰਾਈਆਂ ਛੱਡ ਕੇ ਬੰਦਗੀ ਕਰਨੀ, ਬਲ ਹਾਰਨਾ। ਕਿਹਦੇ ਅੱਗੇ? ਜਿਹੜਾ ਬ੍ਰਹਿਮੰਡ ਵਿੱਚ ਸਰਬ ਵਿਆਪੀ ਹੈ, ਤੇਰਾ ਅੰਤ ਨਾ ਜਾਈ ਲਖਿਆ। ਉਹਦੀ ਵਿਸ਼ਾਲਤਾ ਦਾ ਘੇਰਾ ਅਸੀਂ ਕਦੇ ਵੀ ਨਹੀਂ ਮਿਣ ਸਕਦੇ, ਅੰਦਾਜ਼ਾ ਵੀ ਨਹੀਂ ਲਾ ਸਕਦੇ। ਆਹ ਵਾਰ ਦਾ ਰਹਾਓ ਹੈ। ਹੁਣ ਆਪਾਂ ਚੱਲਦੇ ਹਾਂ ਜੀ ਅੱਗੇ। ਮਹੱਲਾ ਦੂਜਾ। ਦੇਖੋ ਕਿੰਨੀਆਂ ਰੋਚਕ ਚੀਜ਼ਾਂ, ਇੰਟਰਸਟ ਬਣ ਜਾਣਾ। ਗੁਰੂ ਅੰਗਦ ਪਾਤਸ਼ਾਹ ਦਾ ਸ਼ਲੋਕ ਹੈ, ਮਹੱਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। ਹੁਣ ਇੱਥੇ ਜਿਹੜਾ ਸ਼ਬਦੰ ਲਫ਼ਜ਼ ਹੈ, ਇਹਨੂੰ ਸਮਝਣਾ ਸੀ। ਸ਼ਬਦੰ ਧਰਮ ਕਰਮ, ਜੋ ਜੋਗੀ ਲੋਕ ਐਕਸ਼ਨ ਕਰਦੇ ਸੀ, ਜੋ ਉਹਨਾਂ ਦਾ ਲਾਈਫ ਸਟਾਈਲ ਸੀ, ਜੋਗੀਆਂ ਦੀ ਗੱਲ। ਜੋਗੀਆਂ ਦਾ ਧਰਮ ਕੇਵਲ ਬ੍ਰਹਮ ਗਿਆਨ ਪ੍ਰਾਪਤ ਕਰਨਾ ਹੀ ਸੀ। ਸਾਰੇ ਗਿਆਨੀ ਲੋਕ ਸੀ, ਨੋ ਡਾਊਟ। ਬੁੱਧ, ਸ਼ਿਵ, ਬ੍ਰਹਮਾ ਸਭ ਗਿਆਨੀ ਲੋਕ ਸੀ। ਉਹਨਾਂ ਦਾ ਧਰਮ ਕੀ ਸੀ? ਕਿ ਗਿਆਨ ਹਾਸਲ ਕਰਨਾ। ਸਵਾਸ ਚੜਾਉਂਦੇ ਸੀ, ਕਠਿਨ ਤਪ ਕਰਦੇ ਸੀ, ਸਿਰਫ ਇਸ ਕੰਮ। ਤੇ ਬ੍ਰਾਹਮਣਾਂ ਦਾ ਧਰਮ ਕਰਮ ਵੇਦਾਂ ਦਾ ਅਧਿਐਨ ਕਰਨਾ, ਵੇਦਾਂ ਨੂੰ ਸਟੱਡੀ ਕਰਨਾ। ਜੋਗ ਸ਼ਬਦੰ ਗਿਆਨ ਸ਼ਬਦੰ, ਜੋਗੀਆਂ ਦਾ ਧਰਮ ਕਰਮ ਸੀ ਕਿ ਕੇਵਲ ਬ੍ਰਹਮ ਗਿਆਨ ਹਾਸਲ ਕਰਨਾ। ਵੇਦ ਸ਼ਬਦੰ ਬ੍ਰਾਹਮਣ ਹੈ, ਬ੍ਰਾਹਮਣਾਂ ਦਾ ਧਰਮ ਕਰਮ ਸੀ ਕਿ ਅਸੀਂ ਉਸ ਗਿਆਨ ਦੀ, ਉਹ ਵੇਦਾਂ ਦਾ ਅਧਿਐਨ ਕਰਨਾ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਖੱਤਰੀਆਂ ਦਾ ਧਰਮ ਕਰਮ ਸੀ ਸੂਰਮ ਗਤੀ ਵਾਲੇ ਕੰਮ ਕਰਨੇ। ਸ਼ੂਦਰਾਂ ਦਾ ਧਰਮ ਕਰਮ ਸੀ ਉੱਚੀਆਂ ਜਾਤੀਆਂ ਦੀ ਖਿਦਮਤ ਕਰਨੀ, ਸੇਵਾ ਕਰਨੀ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਇਓ। ਕਿੰਨੀ ਇੰਟਰਸਟਿੰਗ ਗੱਲ ਹੈ। ਗੁਰੂ ਸਾਹਿਬ ਦੇਖੋ ਕਿੱਦਾਂ ਸਮਝਾ ਰਹੇ ਸਾਨੂੰ। ਕਹਿੰਦੇ ਪਰ ਸਾਰਿਆਂ ਦਾ ਮੁੱਖ ਧਰਮ ਕੀ ਹੈ? ਕਿ ਇੱਕ ਪ੍ਰਭੂ ਦੀ ਇਬਾਦਤ ਕਰਨੀ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਇਓ। ਪਰ ਕੋਈ ਵਿਰਲਾ ਹੀ ਪ੍ਰਭੂ ਨਾਲ ਇਕਮਿਕ ਹੁੰਦਾ ਸੀ ਜਾਂ ਇਸ ਪਾਸੇ ਲੱਗਦਾ ਸੀ। ਭਿਓ ਭਿੱਜਣਾ, ਇਕਮਿਕ ਹੋਣਾ। ਭਿਓ ਭਿੱਜਣਾ, ਇਕਮਿਕ ਹੋਣਾ। ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ। ਨਾਨਕ ਜੋਤ ਕੀ ਕਹਿੰਦੀ ਹੈ? ਜੋ ਮਨੁੱਖ ਪ੍ਰਭੂ ਰੂਪੀ ਦੇਵਤੇ ਦੇ ਨਾਲ ਮਿਲ ਚੁੱਕੇ ਨੇ, ਹੇ ਅਕਾਲ ਪੁਰਖ ਇਹ ਰਹਿਮਤ ਕਰੋ, ਮੈਂ ਉਹਨਾਂ ਦੇ ਮਗਰ ਲੱਗ ਕੇ ਉਹਨਾਂ ਵਾਂਗਰ ਪ੍ਰਭੂ ਦੀ ਬੰਦਗੀ ਹੀ ਕਰਾਂ। ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ। ਜਿਹੜੇ ਭਗਤੀ ਕਰਨ ਵਾਲੇ ਨੇ,
ਜਿਹੜੇ ਉਹਨੂੰ ਮਿਲ ਚੁੱਕੇ ਆ, ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋ ਚੁੱਕਾ। हे ਰੱਬ ਜੀ, हे ਪ੍ਰਮਾਤਮਾ, ਮੇਰੇ ਤੇ ਇਹ ਰਹਿਮਤ ਕਰੋ, ਮੈਂ ਵੀ ਉਹਨਾਂ ਮਗਰ ਲੱਗ ਕੇ ਅਕਾਲ ਪੁਰਖ ਦੀ, ਪ੍ਰਭੂ ਦੀ ਬੰਦਗੀ ਹੀ ਕਰਾਂ। ਇਹ ਹੈ ਮਹੱਲੇ ਦੂਜੇ ਦਾ ਸ਼ਲੋਕ। ਹੋਰ ਅੱਗੇ ਚੱਲੀਏ ਜੀ। ਫਿਰ ਮਹੱਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਬੜਾ ਇਹਨੂੰ ਉਹ ਦੇਖੋ, ਸਾਡੇ ਕੀ ਕਰਦੇ ਐ ਕਿ ਕਦੇ ਕੀਰਤਨ ਸੁਣੋ ਆਸਾ ਦੀ ਵਾਰ ਦਾ, ਇੱਕ ਕੀਰਤਨੀ ਸਿੰਘ ਇੱਕ ਲਾਈਨ ਬੋਲਦਾ, ਮਗਰਲੇ ਫਿਰ ਅਗਲੀ ਲਾਈਨ ਬੋਲ ਦਿੰਦੇ ਆ, ਤੇ ਉਹ ਸਮਝ ਆਉਣ ਵਾਲਾ ਜਿਹੜਾ ਉਹ ਖਾਨਾ ਉਹ ਪਾਰ ਹੀ ਹੋ ਜਾਂਦਾ ਸਾਡਾ, ਉਹ ਪਤਾ ਹੀ ਨਹੀਂ ਵੀ ਉਹ ਖਾਨਾ ਵੀ ਕੋਈ ਹੈ, ਇਹਨੂੰ ਸਮਝਣਾ ਵੀ ਹੈ। ਰਾਗੀ ਵੀ ਇਦਾਂ ਹੀ ਕਰਦੇ ਆ, ਦਵਾ ਦਵ ਆਸਾ ਦੀ ਵਾਰ। ਇਹਨੂੰ ਟਾਈਮ ਦਿਓ, ਇੱਕ ਇੱਕ ਲਾਈਨ ਨੂੰ ਸਮਾਂ ਦਿਓ, ਸਮਝਣ ਦੀ ਕੋਸ਼ਿਸ਼ ਕਰੋ। ਏਕ ਕ੍ਰਿਸ਼ਨੰ, ਹੁਣ ਇੱਥੇ ਕ੍ਰਿਸ਼ਨ ਨਹੀਂ ਹੈ, ਪਰਮਾਤਮਾ ਦੀ ਗੱਲ ਕੀਤੀ ਹੈ। ਹੁਣ ਜਿਉਂ ਇਹਦੀ ਡੂੰਘਾਈ ਚ ਜਾਂਦੇ ਜਾਵਾਂਗੇ ਤਿਉਂ ਆਪਾਂ ਨੂੰ ਸਮਝ ਆਉਂਦਾ ਜਾਊ। ਡੂੰਘਾਈ ਕੀ ਸੀ ਕਿ ਕ੍ਰਿਸ਼ਨ ਦੀ ਬੜੀ ਪੂਜਾ ਹੁੰਦੀ ਸੀ ਹਿੰਦੂਇਜ਼ਮ ਦੇ ਵਿੱਚ। ਹੁਣ ਇਹਨਾਂ ਨੇ ਸਮਝਾਤਾ, ਲਿਖ ਕੇ ਦੱਸ ਦਿੱਤਾ ਵੀ ਸਾਡਾ ਜਿਹੜਾ ਕ੍ਰਿਸ਼ਨ ਹੈ, ਸਾਡਾ ਜਿਹੜਾ ਰੱਬ ਹੈ, ਉਹ ਇੱਕੋ ਅਕਾਲ ਪੁਰਖ ਹੀ ਹੈ। ਸਾਡਾ ਕੋਈ ਵੱਖਰਾ ਕ੍ਰਿਸ਼ਨ ਨਹੀਂ, ਇੱਕ ਨੂੰ ਹੀ ਮੰਨਣਾ ਅਸੀਂ, ਉਹੀ ਇੱਕ ਸਾਡਾ ਕ੍ਰਿਸ਼ਨ ਵੀ ਹੈ। ਇੱਕ ਪਰਮਾਤਮਾ ਹੀ ਸਾਰੇ ਦੇਵਤਿਆਂ ਦੀ ਆਤਮਾ ਵਿੱਚ ਵਿਰਾਜਮਾਨ ਹੈ। ਏਕ ਕ੍ਰਿਸ਼ਨੰ ਸਰਬ ਦੇਵਾ, ਇੱਕ ਪਰਮਾਤਮਾ ਸਾਰੇ ਦੇਵਤਿਆਂ ਦੀ ਆਤਮਾ ਦੇ ਵਿੱਚ ਵਿਰਾਜਮਾਨ ਹੈ ਅਤੇ ਦੇਵਤਿਆਂ ਦੇ ਦੇਵਤੇ ਦੀ ਆਤਮਾ ਵਿੱਚ ਵੀ ਮੌਜੂਦ ਹੈ। ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਜਿਹੜੇ ਦੇਵਤੇ ਗਾਂ ਕਿਸੇ ਦੇਵਤੇ ਨੂੰ ਮੰਨਣ ਵਾਲੇ ਆ, ਉਹਦੇ ਚ ਵੀ ਅਕਾਲ ਪੁਰਖ ਪ੍ਰੈਜ਼ੈਂਟ ਹੈ। ਆਤਮਾ ਬਾਸ ਦੇਵਸ, ਜੇ ਕੋ ਜਾਣੇ ਭਿਓ। ਜੀਵ ਆਤਮਾ ਦੇ ਵਿੱਚ ਪ੍ਰਭੂ ਦਾ ਪ੍ਰਕਾਸ਼ ਹੋਣਾ, ਭਾਵ ਕਰਤੇ ਪੁਰਖ ਨਾਲ ਇੱਕ ਮਿਕਤਾ, ਪਰ ਕੋਈ ਵਿਰਲਾ ਇੱਥੇ ਪੁੱਜਦਾ ਹੈ। ਜੇ ਕੋ ਜਾਣੇ ਭਿਓ, ਇਹ ਹਮੇਸ਼ਾ ਗੱਲ ਹੋਏਗੀ। ਕੋ ਜਿੱਥੇ ਹੋੜੇ ਦੇ ਨਾਲ ਹੈ, ਕੋਈ ਵਿਰਲਾ। ਨਾਨਕ ਤਾਕਾ ਦਾਸ ਹੈ, ਸੋਈ ਨਿਰੰਜਨ ਦੇਵ। ਫਿਰ ਉਹੀ ਗੱਲ, ਕਹਿੰਦੇ ਮੈਂ ਵੀ ਉਸ ਨਿਰਭਉ ਪ੍ਰਭੂ ਦੀ ਹੀ ਬੇਨਤੀ ਰੂਪ ਹੋ ਕੇ ਬੰਦਗੀ ਕਰਦਾ ਹਾਂ, ਭਗਤੀ ਕਰਦਾ ਹਾਂ। ਏਕ ਕ੍ਰਿਸ਼ਨੰ ਸਰਬ ਦੇਵਾ, ਇੱਕੋ ਅਕਾਲ ਪੁਰਖ ਸਾਰੇ ਦੇਵਤਿਆਂ ਦੇ ਵਿੱਚ ਮੌਜੂਦ ਹੈ। ਦੇਵ ਦੇਵਾ ਤਾਂ ਆਤਮਾ, ਔਰ ਉਹ ਦੇਵਤੇ ਜਿਹੜੇ ਅਗਾਂਹ ਕਿਸੇ ਦੇਵਤੇ ਨੂੰ ਮੰਨਦੇ ਆ, ਉਹਦੇ ਵਿੱਚ ਵੀ ਉਹ ਅਕਾਲ ਪੁਰਖ ਮੌਜੂਦ ਹੈ। ਆਤਮਾ ਵਾਸੁਦੇਵਸ, ਜੇਕੋ ਜਾਣੇ ਭਿਓ। ਵਾਸੁਦੇਵ ਜਾਣਦੇ ਹਾਂ ਅਸੀਂ ਸਾਰੇ ਹਿਸਟਰੀ। ਇਹ ਵੀ ਇੱਥੇ ਜਿਹੜਾ ਨਾਮ ਹੈ, ਇਹ ਪਰਮਾਤਮਾ ਨੂੰ ਸੰਬੋਧਨ ਹੋ ਰਿਹਾ, ਜਿੱਦਾਂ ਕ੍ਰਿਸ਼ਨ ਹੋ ਰਿਹਾ। ਵਾਸੁਦੇਵ ਵੀ ਉਹਨਾਂ ਨੇ ਸੰਬੋਧਨ ਕੀਤਾ। ਇਹ ਲੋਕ ਮਿਲੇ ਹੋਏ ਸੀ, ਕਿਤੇ ਨਾ ਕਿਤੇ ਇਹ ਲੋਕ ਪਹੁੰਚੇ ਹੋਏ ਸੀ ਗਿਆਨ ਲੈ ਕੇ, ਭਗਤੀ ਕਰਕੇ, ਤਾਂ ਇਹ ਸਿਮਲੀ ਦਿੱਤੀ ਹੈ। ਜੀਵ ਆਤਮਾ ਚ ਕਰਤੇ ਪੁਰਖ ਦਾ ਪ੍ਰਕਾਸ਼, ਪਰ ਅਸੀਂ ਨਾਮ ਵੱਲ ਨਹੀਂ ਜਾਣਾ, ਅਸੀਂ ਸਿਰਫ ਕਰਤੇ ਪੁਰਖ ਨੂੰ ਇੱਥੇ ਮੰਨਣਾ ਹੈ, ਚਾਹੇ ਉਹ ਕ੍ਰਿਸ਼ਨ ਲਿਖਿਆ ਹੋਏ, ਚਾਹੇ ਵਾਸੁਦੇਵ ਲਿਖਿਆ ਹੋਵੇ। ਕਰਤੇ ਪੁਰਖ ਨਾਲ ਇੱਕ ਮਿਕਤਾ ਕੋਈ ਵਿਰਲਾ ਹੀ ਕਰਦਾ ਹੈ, ਕੋਈ ਵਿਰਲਾ ਹੀ ਇੱਥੇ ਪਹੁੰਚਦਾ ਹੈ। ਨਾਨਕ ਜੋਤ ਕੀ ਕਹਿੰਦੀ, ਮੈਂ ਵੀ ਉਸ ਨਿਰਭਉ ਦੀ ਹੀ ਬੇਨਤੀ ਰੂਪ ਹੋ ਕੇ ਭਗਤੀ ਕਰਦਾ ਹਾਂ। ਨਾਨਕ ਤਾਕਾ ਦਾਸ ਹੈ, ਦਾਸ ਸੋਈ ਨਿਰੰਜਨ ਦੇਵ।
ਹੋਰ ਅੱਗੇ ਚੱਲੀਏ ਜੀ। ਇਹਦੇ ਬਾਅਦ ਫਿਰ ਸਾਡੇ ਕੋਲ ਮਹੱਲੇ ਪਹਿਲੇ ਦਾ ਸ਼ਲੋਕ ਆ ਗਿਆ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਪਾਣੀ ਜਿਹੜਾ ਹੈ ਉਹ ਘੜੇ ਵਿੱਚ ਸਾਂਭਿਆ ਰਹਿ ਸਕਦਾ ਹੈ। ਕੁੰਭ, ਹੁਣ ਇਹ ਗੱਲ ਦਾ ਖਿਆਲ ਰੱਖਿਓ ਵੀ ਕੁੰਭ ਘੜੇ ਨੂੰ ਨਹੀਂ ਕਹਿੰਦੇ। ਜਦੋਂ ਭਾਵ ਖਾਲੀ ਘੜੇ ਨੂੰ ਨਹੀਂ ਕਹਿੰਦੇ। ਕੁੰਭ ਖਾਲੀ ਘੜੇ ਨੂੰ ਨਹੀਂ ਕਿਹਾ ਜਾ ਸਕਦਾ। ਕੁੰਭ ਉਦੋਂ ਹੀ ਉਹ ਬਣਦਾ ਜਦੋਂ ਘੜੇ ਦੇ ਵਿੱਚ ਪਾਣੀ ਹੈ। ਪਾਣੀ ਘੜੇ ਦੇ ਵਿੱਚ ਸਾਂਭਿਆ ਰਹਿ ਸਕਦਾ ਹੈ। ਗਿਆਨ ਪਦਾਰਥ ਦੀ ਅਵਸਥਾ ਵਿੱਚ ਮਨ ਦਾ ਟਿਕਾ ਹੁੰਦਾ ਹੈ, ਪਰ ਅਧਿਆਤਮਕ ਗਿਆਨ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਮਿਲ ਸਕਦਾ। ਗਿਆਨ ਕਾ ਬੱਧਾ ਮਨ ਰਹਿ, ਗੁਰਬਿਨ ਗਿਆਨ ਨਾ ਹੋਏ। ਕਿਤਾਬਾਂ ਪੜ੍ਹ ਲਓ, ਗਿਆਨੀ ਬਣ ਜਾਓ, ਚੋਲੇ ਪਾ ਲਓ, ਗੋਲ ਪੱਗਾਂ, ਜੋ ਵੀ मतलब ਭੇਖ ਦਿਖਾਵਾ ਜਗਤ ਕੋ ਲੋਗਨ ਕੋ ਬਸ ਕੀਨ, ਜੋ ਵੀ ਹੋ ਸਕਦਾ ਉਹ ਕਰ ਲਓ। ਲੇਕਿਨ ਜਦੋਂ ਤੱਕ ਪ੍ਰਮਾਤਮਾ ਵਿੱਚ ਆਪ ਹਾਜ਼ਰ ਨਾਜ਼ਰ ਨਹੀਂ ਹੋਊਗਾ, ਉਦੋਂ ਤੱਕ ਜਿਵੇਂ ਖਾਲੀ ਘੜਾ ਕੁੰਭ ਨਹੀਂ ਬਣਦਾ, ਇਸੇ ਤਰ੍ਹਾਂ ਜਿਹੜਾ ਉਹ ਖਾਲੀ ਭਾਂਡਾ ਗਿਆਨੀ ਨਹੀਂ ਬਣ ਸਕਦਾ, ਉਹਨੂੰ ਗਿਆਨ ਨਹੀਂ ਹੋ ਸਕਦਾ ਪ੍ਰਮਾਤਮਾ ਦੀ ਨਜ਼ਰ ਤੋਂ ਬਿਨਾ, ਕਿਰਪਾ ਤੋਂ ਬਿਨਾ। ਮਹਾਰਾਜ ਨੇ ਕੋਈ ਕਸਰ ਨਹੀਂ ਛੱਡੀ। ਮਹੱਲਾ ਪਹਿਲਾ, ਧਨਾਸਰੀ ਮਹੱਲਾ ਪਹਿਲਾ, ਪੋਥੀ ਪੰਨਾ ਨੰਬਰ 662 63 ਤੇ ਇੱਕ ਸ਼ਬਦ ਆਉਂਦਾ ਹੈ। ਉਹ ਕਹਿੰਦੇ ਜੀ, ਰਹਾਉ ਦੀ ਤੁਕ ਮੈਂ ਖਾਲੀ ਪੜੂ, ਕਹਿੰਦੇ ਕੱਲ ਮੈਂ ਰਾਮ ਨਾਮ ਸਾਰ। ਕਲਯੁਗ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਸ੍ਰੇਸ਼ਟ ਹੈ। ਅੱਗੇ ਪਤਾ ਕੀ ਲਿਖਿਆ? ਕਹਿੰਦੇ ਅੱਖੀ ਤਾਂ ਮੀਟੇ, ਨਾਕ ਪਕੜੇ, ਠੱਗਣ ਕੋ ਸੰਸਾਰ। ਇਹ ਜਿਹੜੇ ਲੋਕਾਂ ਦੀ ਗੱਲ ਕੀਤੀ ਹੈ ਵੀ ਅੱਖਾਂ ਤਾਂ ਮੀਟਦੇ ਐ, ਉਹ ਨੱਕ ਵੀ ਫੜਦੇ ਹੁੰਦੇ ਸੀ ਪੁਰਾਣੇ ਜਿਹੜੇ ਸਨਾਤਨ ਲੋਕ ਸੀ। ਉਹ ਕਰਦੇ ਕੀ, ਕਦ ਲਈ ਕਰਦੇ ਸੀ? ਜਗਤ ਨੂੰ ਠੱਗਣ ਵਾਸਤੇ। ਇਹ ਕਹਿੰਦੇ ਭਗਤੀ ਨਹੀਂ ਹੈ, ਕੋਈ ਸ੍ਰੇਸ਼ਟ ਧਾਰਮਿਕ ਕੰਮ ਨਹੀਂਗਾ। ਲੋਕਾਂ ਨੂੰ ਦਿਖਾਉਣਾ ਵੀ ਅਸੀਂ ਰੱਬ ਦੇ ਬੰਦੇ ਆ ਜਾਂ ਅਸੀਂ ਰੱਬ ਦੀ ਭਗਤੀ ਕਰਦੇ ਆ, ਸਾਨੂੰ ਜ਼ਿਆਦਾ ਗਿਆਨ ਹੈ। ਏਦਾਂ ਦੇ ਸ਼ਬਦ ਆ, ਇਹ ਕਦੇ ਰਾਗੀ ਜਥੇ ਨਹੀਂ ਪੜ੍ਹਦੇ। ਆ ਸ਼ਬਦ ਕਿਹਨੇ ਪੜ੍ਹਿਆ? ਕੋਈ ਦੱਸ ਦਿਓ, ਲੱਭ ਕੇ ਦੱਸ ਦਿਓ। ਅੱਖੀ ਤਾਂ ਮੀਟੇ, ਨਾਕ ਪਕੜੇ, ਠੱਗਣ ਕੋ ਸੰਸਾਰ। ਕਿਉਂਕਿ ਪਤਾ ਉਹਨਾਂ ਨੂੰ ਮਾੜੀ 10-20% ਤੇ ਪਤਾ ਹੀ ਹੋਊ ਵਿੱਚ ਵੀ ਅਸੀਂ ਕਰਦੇ ਕੀ ਆ, ਜਾਂ ਹੋਰ ਜਿੰਨੇ ਵੀ ਕੋਈ ਪ੍ਰਚਾਰ ਕਰਨ ਵਾਲੇ। ਫਿਰ ਇਸ ਲੋਕ ਨੂੰ ਸੁਣੋ। ਮਹੱਲਾ ਪਹਿਲਾ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਖਾਲੀ ਘੜੇ ਨੂੰ ਕੁੰਭ ਨਹੀਂ ਕਹਿੰਦੇ। ਉਦੋਂ ਹੀ ਕੁੰਭ ਬਣਦਾ ਜਦੋਂ ਉਹਦੇ ਵਿੱਚ ਪਾਣੀ ਆਉਂਦਾ। ਉਹ ਪਾਣੀ ਘੜੇ ਦੇ ਵਿੱਚ ਸਾਂਭਿਆ ਰਹਿ ਸਕਦਾ। ਜਲ ਬਿਨ ਕੁੰਭ ਨਾ ਹੋਏ। ਜੇ ਉਹ ਘੜੇ ਦੇ ਵਿੱਚ ਪਾਣੀ ਨਹੀਂ ਹੈ ਤੇ ਉਹਨੂੰ ਕੁੰਭ ਨਹੀਂ ਕਿਹਾ ਜਾ ਸਕਦਾ। ਗਿਆਨ ਕਾ ਬੱਧਾ ਮਨ ਰਹਿ, ਗੁਰਬਿਨ ਗਿਆਨ ਨਾ ਹੋਏ। ਇਦਾਂ ਹੀ ਗਿਆਨ ਪਦਾਰਥ ਦੀ ਅਵਸਥਾ ਵਿੱਚ ਮਨ ਦਾ ਟਿਕਾ ਹੁੰਦਾ। ਠੀਕ ਹੈ, ਗਿਆਨ ਹਾਸਲ ਕਰੋ, ਸੁਣੋ, ਮਨ ਨੂੰ ਟਿਕਾਓ। ਜੇ ਮਨ ਟਿਕਦਾ ਹੈ ਤੇ ਉਹ ਗਿਆਨ ਵੈਲਿਡ ਹੈ, ਤੁਸੀਂ ਸਹੀ ਜਾ ਰਹੇ ਹੋ। ਪਰ ਜਦੋਂ ਤੱਕ ਇਹ ਆਪਣਾ ਅਨੁਭਵ ਨਹੀਂ ਹੋ ਸਕਦਾ, ਗੁਰਬਿਨ ਗਿਆਨ ਨਾ ਹੋਏ। ਅਨੁਭਵ ਤੁਹਾਨੂੰ ਲੈ ਕੇ ਆਉਣਾ ਪਊ, ਔਰ ਉਹ ਭਗਤੀ ਕਰਕੇ ਹੀ ਹਾਸਲ ਕੀਤਾ ਜਾ ਸਕਦਾ। ਗਿਆਨ ਕਿਤਾਬਾਂ ਚੋਂ ਹਾਸਲ ਕਰ ਲੂ, ਬੰਦੇ ਪੜ੍ਹਦੇ ਆ, ਕਈ ਕਿੰਨਾ ਗਿਆਨ ਹੋ ਜਾਂਦਾ ਉਹਨਾਂ ਨੂੰ। ਕਈ ਕੁਦਰਤੀ ਕਈਆਂ ਦੀ ਸਮਝ ਇੰਨੀ ਸੂਝ-ਬੂਝ ਹੁੰਦੀ ਆ, ਉਹ ਵੀ ਫਿਰ ਗਿਆਨੀ ਬਣ ਜਾਂਦੇ। ਭਾਈ ਸਾਹਿਬ ਤੁਹਾਨੂੰ ਤੇ ਬੜਾ ਪਤਾ ਜੀ, ਭਾਈ ਸਾਹਿਬ ਨੇ ਆਹ ਕਿਤਾਬਾਂ ਲਿਖ ਦਿੱਤੀਆਂ ਜੀ, ਇੰਨਾ ਗਿਆਨ ਭਾਈ ਸਾਹਿਬ ਦੀਆਂ ਕਿਤਾਬਾਂ 'ਚ। ਉਹ ਫਿਰ ਉਹੀ ਵਿਚਾਰ ਉਹ ਲੋਕ ਸੰਭਾਲਣਾ ਸ਼ੁਰੂ ਕਰ ਦਿੰਦੇ ਆ ਤੇ ਆਪਣੇ ਆਪ ਨੂੰ ਫਿਰ ਉਹ ਵੀ ਭਾਈ ਸਾਹਿਬ ਕਹਾਉਣਾ ਸ਼ੁਰੂ ਕਰ ਦਿੰਦੇ ਆ। ਭਾਈ ਨਹੀਂ, ਗਿਆਨ ਕਾ ਬੱਧਾ ਮਨ ਰਹਿ।
ਮਨ ਦਾ ਜਿਹੜਾ ਟਿਕਾ ਹੋਣਾ ਉਹ ਗਿਆਨ ਪਦਾਰਥ ਦੀ ਅਵਸਥਾ ਦੇ ਵਿੱਚ ਹੋਣਾ, ਪਰ ਅਧਿਆਤਮਕ ਦੇ ਰਾਹ ਤੇ ਅਧਿਆਤਮਕ ਗਿਆਨ ਗੁਰੂ ਦੀ ਕਿਰਪਾ ਤੋਂ ਬਿਨਾਂ ਹਾਸਲ ਨਹੀਂ ਕੀਤਾ ਜਾ। ਹੋਰ ਅੱਗੇ ਚੱਲੀਏ। ਪੌੜੀ। ਹੁਣ ਇੱਥੇ ਵੀ ਆਪਾਂ ਅੱਜ ਇਹ ਕਰਤੇ ਪੁਰਖ ਦੇ ਸ਼ਬਦ ਦੀ ਮਦਦ ਦੇ ਨਾਲ, ਨਾਮ ਦੀ ਮਦਦ ਦੇ ਨਾਲ ਆਪਾਂ ਹੋਰ ਚੀਜ਼ ਇੱਕ ਖੋਲਾਂਗੇ, ਕਿਉਂਕਿ ਇੱਥੋਂ ਸਾਰਾ ਅਗਲਾ ਜਿਹੜਾ ਜਿੱਦਾਂ ਹੋਣਾ ਬੜਾ ਰੌਚਕ ਹੋ ਜਾਣਾ, ਬੜਾ ਇੰਟਰਸਟਿੰਗ ਹੋ ਜਾਣਾ ਗਿਆਨ। ਹੁਣ ਜੀ ਪੜਿਆ ਹੋਵੇ ਗੁਨੇਗਾਰ ਤਾਂ ਓਮੀ ਸਾਧ ਨਾ ਮਾਰੀ ਹੈ। ਆ ਹੁਣ ਮੈਂ ਬਿਲਕੁਲ ਐਗਜ਼ੈਕਟਲੀ ਉਹ ਅਰਥ ਤੁਹਾਡੇ ਸਾਹਮਣੇ ਵੀ ਹੈ, ਤੁਸੀਂ ਵੀ ਪੜ੍ਹ ਸਕਦੇ ਹੋ, ਮੈਂ ਬੋਲ ਕੇ ਦੱਸਦਾ। ਜੇ ਪੜਿਆ ਲਿਖਿਆ ਮਨੁੱਖ ਮੰਦਕਰਮੀ ਹੋ ਜੇ ਤਾਂ ਇਸ ਨੂੰ ਵੇਖ ਕੇ ਅਨਪੜ੍ਹ ਮਨੁੱਖ ਨੂੰ ਘਬਰਾਉਣਾ ਨਹੀਂ ਚਾਹੀਦਾ ਕਿ ਪੜ੍ਹੇ ਹੋਏ ਦਾ ਇਹ ਹਾਲ ਹੈ ਤਾਂ ਅਨਪੜ੍ਹ ਦਾ ਕੀ ਬਣੇਗਾ, ਕਿਉਂਕਿ ਜੇ ਅਨਪੜ੍ਹ ਮਨੁੱਖ ਨੇਕ ਹੈ ਤਾਂ ਉਸ ਨੂੰ ਮਾਰ ਨਹੀਂ ਪੈਂਦੀ। ਲਓ ਜੀ, ਖਤਮ ਕਰ। ਓਮੀ ਨੂੰ ਇਹਨਾਂ ਨੇ ਅਨਪੜ੍ਹ ਅਰਥ ਦੱਸ ਦਿੱਤਾ। ਓਮੀ, ਓਮ। ਓਮ ਕਿਹਦਾ ਨਾਂ ਜੀ? ਓਮ ਕਰਤੇ ਪੁਰਖ ਦਾ ਨਾਮ। ਓਮ। ਹੁਣ ਇਹ ਗੱਲ ਕੀ ਹੈ? ਆਪਾਂ ਇੱਥੇ ਇਹਨੂੰ ਪੜ੍ਹ ਕੇ ਘੋਖੀ ਅੱਜ। ਪੜਿਆ ਹੋਵੇ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀ। ਪੜਿਆ ਲਿਖਿਆ ਬੰਦਾ ਜਦੋਂ ਤੱਕ ਉਹ ਅਗਿਆਨੀ ਨਹੀਂ ਸਮਝਦਾ ਉਦੋਂ ਤੱਕ ਪਰਮਗਤ ਨਹੀਂ। ਕਿਉਂ? ਪੜਿਆ ਲਿਖਿਆ ਬੰਦਾ ਪੜ੍ਹਾਈ ਦੇ ਹੰਕਾਰ ਕਰਕੇ ਰੱਬ ਦੀ ਨਿਗਾਹ ਵਿੱਚ ਗੁਨਹਗਾਰ ਹੋ ਜਾਂਦਾ, ਪਰ ਵਾਹਿਗੁਰੂ ਜਾਂ ਗੁਰਮੰਤਰ ਦੀ ਸਾਧਨਾ ਕਰਨ ਵਾਲੇ ਦੀ ਹਮੇਸ਼ਾ ਇੱਜ਼ਤ ਹੁੰਦੀ ਹੈ। ਓਮੀ ਸਾਧ ਨਾ ਮਾਰੀ, ਉਹਨੂੰ ਕੋਈ ਮਾਰ ਨਹੀਂ ਪੈਂਦੀ। ਮਾਰ ਕਾਹਦੀ ਹੈ? ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਹੀ ਮਾਰ ਹੈ, ਮਾਇਆ ਦੀ ਹੀ ਮਾਰ ਹੈ। ਓਮੀ ਦਾ ਅਰਥ ਦੇਖੋ ਕੱਢਿਆ, ਅਨਪੜ੍ਹ। ਉਹ ਭਲਿਓ ਓਮੀ ਜਿਹੜਾ ਬੰਦਾ ਨਾਮ ਅਭਿਆਸੀ, ਪ੍ਰਭੂ ਦੀ ਭਗਤੀ ਕਰਨ ਵਾਲਾ। ਹੁਣ ਫਿਰ ਸਮਝੋ ਇਸ ਚੀਜ਼ ਨੂੰ। ਪੜਿਆ ਹੋਵੇ ਗੁਨਹਗਾਰ, ਪੜਿਆ ਲਿਖਿਆ ਬੰਦਾ ਜਦ ਤੱਕ ਉਹ ਆਪਣੇ ਆਪ ਨੂੰ ਅਗਿਆਨੀ ਨਹੀਂ ਸਮਝਦਾ ਉਦੋਂ ਤੱਕ ਉਹ ਪਰਮਗਤ ਨਹੀਂ ਹਾਸਲ ਕਰ ਸਕਦਾ। ਕਿਉਂ? ਪੜਿਆ ਬੰਦਾ ਪੜ੍ਹਾਈ ਦੇ ਹੰਕਾਰ ਕਰਕੇ ਕਰਤੇ ਪੁਰਖ ਦੀ ਨਿਗਾਹ ਦੇ ਵਿੱਚ ਗੁਨਾਹਗਾਰ ਹੋ ਜਾਂਦਾ, ਪਰ ਸਾਧਨਾ ਕਰਨ ਵਾਲੇ ਨਾਮ ਅਭਿਆਸੀ ਉਹਨਾਂ ਦੀ ਹਮੇਸ਼ਾ ਇੱਜ਼ਤ ਹੁੰਦੀ ਹੈ। ਸਾਧਨਾ ਕਰਨ ਵਾਲਾ, ਭਗਤੀ ਕਰਨ ਵਾਲਾ, ਬੰਦਗੀ ਕਰਨ ਵਾਲਾ ਕਦੇ ਨਹੀਂ ਮਰਦਾ, ਖਤਾ ਨਹੀਂ ਖਾਂਦਾ, ਉਹ ਅਮਰ ਹੋ ਜਾਂਦਾ, ਉਹ ਜਨਮ ਮਰਨ ਦੇ ਗੇੜੇ ਤੋਂ ਬਾਹਰ ਹੋ ਜਾਂਦਾ। ਮਾਰੀਐ ਜਨਮ ਮਰਨ ਦੇ ਗੇੜੇ ਚੋਂ ਮਾਰ ਨਹੀਂ ਪੈਂਦੀ, ਜੂਨਾਂ ਚ ਨਹੀਂ ਆਉਂਦਾ। ਵਾਹ ਜੀ। ਹੁਣ ਇਹ ਤੁਹਾਡੀ ਮਰਜ਼ੀ ਹੈ ਕਿ ਓਮੀ ਦੇ ਅਰਥ ਤੁਸੀਂ ਅਨਪੜ੍ਹ ਪ੍ਰਵਾਨ ਕਰਨੇ ਆ ਜਾਂ ਕੀ ਪ੍ਰਵਾਨ ਕਰਨਾ। ਓਮੀ ਬਿਲਕੁਲ ਕਲੀਅਰ ਹੈ, ਅਕਾਲ ਪੁਰਖ ਦੀ ਬੰਦਗੀ ਕਰਨ ਵਾਲਾ, ਨਾਮ ਅਭਿਆਸੀ। ਪੜ੍ਹੇ ਲਿਖੇ ਨੂੰ ਹੰਕਾਰ ਹੋ ਜਾਂਦਾ ਕਿ ਮੈਂ ਪੜ੍ਹਿਆ ਲਿਖਿਆ, ਮੈਨੂੰ ਜ਼ਿਆਦਾ ਗਿਆਨ ਹੈ, ਉਹ ਇਹ ਹੰਕਾਰ ਚ ਹੀ ਆਪਣੀ ਜ਼ਿੰਦਗੀ ਸਾਰੀ ਕੱਢ ਦਿੰਦਾ, ਉਹ ਕਰਤੇ ਪੁਰਖ ਦੀ ਨਿਗਾਹ ਵਿੱਚ ਗੁਨਹਗਾਰ ਹੈ। ਪਰ ਭਗਤੀ ਕਰਨ ਵਾਲੇ, ਸਾਧਨਾ ਕਰਨ ਵਾਲੇ, ਉਹਨਾਂ ਨੂੰ ਹਮੇਸ਼ਾ ਇੱਜ਼ਤ ਹੁੰਦੀ ਹੈ। ਉਹਨਾਂ ਦੀ ਸਾਧਨਾ ਕਰਨ ਵਾਲਾ ਕਦੇ ਨਹੀਂ ਮਰਦਾ, ਖਤਾ ਨਹੀਂ ਖਾਂਦਾ, ਅਮਰ ਹੈ, ਜਨਮ ਮਰਨ ਦੇ ਗੇੜੇ ਚੋਂ ਬਾਹਰ ਹੈ। ਹੋਰ ਅੱਗੇ ਚਲੀਏ। ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਐ। ਬੰਦਾ ਜਿਹੋ ਜਿਹਾ ਕਰਮ ਕਰਦਾ ਉਸੇ ਤਰ੍ਹਾਂ ਦਾ ਉਸ ਦਾ ਨਾਮ ਪੈ ਜਾਂਦਾ ਹੈ।
ਲੁਹਾਰ, ਸੁਨਿਆਰ, ਜੱਟ ਜਿਹੜੇ ਵਾਹੀ ਕਰਨ ਵਾਲੇ, ਖੇਤੀ ਕਰਨ ਵਾਲੇ, ਉਦਾਂ ਦਾ ਉਹਦਾ ਨਾਮ ਪੈ ਜਾਂਦਾ ਹੈ। ਜਿਹੜੇ ਚਮੜੇ ਦਾ ਕੰਮ ਕਰਨ ਵਾਲੇ, ਚਮੜੀ ਤੋਂ, ਉਹ ਉਹਨਾਂ ਨੂੰ ਚਮਾਰ ਕਹਿ ਦਿੰਦੇ ਆ। ਪਰ ਬੰਦਾ ਹੀ ਹੈ, ਸਿਰਫ ਬੰਦੇ ਦੀ ਜਾਤ ਹੈ। ਜਿਹਾ ਘਾਲੇ ਘਾਲਣਾ ਤੇ ਵੇਹੋ ਨਾਮ ਪਚਾਰੀਏ, ਪਰ ਉਹਦੇ ਕੰਮਾਂ ਕਰਕੇ ਉਹਨੂੰ ਉਹ ਨਾਮ ਦਿੱਤੇ ਗਏ ਆ। ਐਸੀ ਕਲਾ ਨਾ ਖੇਡੀਐ ਜਿਤ ਦਰਗਾਹ ਗਿਆ ਹਾਰੀ ਹੈ। ਐਸੀ ਕੋਈ ਕਰਤੂਤ ਨਹੀਂ ਕਰਨੀ ਚਾਹੀਦੀ ਜਿਸ ਕਰਕੇ ਕਰਤੇ ਪੁਰਖ ਦੇ ਦਰਬਾਰ ਦੇ ਵਿੱਚ ਨਮੋਸ਼ੀ ਹੋਵੇ, ਸ਼ਰਮਿੰਦਗੀ ਹੋਵੇ, ਹਾਰ ਜਾਈਏ। ਐਸੀ ਕਲਾ ਨਾ ਖੇਡੀਐ, ਏਦਾਂ ਦੀ ਕਰਤੂਤ ਨਹੀਂ ਕਰਨੀ ਚਾਹੀਦੀ, ਏਦਾਂ ਦੀ ਖੇਡ ਨਹੀਂ ਖੇਡਣੀ ਚਾਹੀਦੀ ਜਿਸ ਕਰਕੇ ਦਰਗਾਹ ਵਿੱਚ ਆਪਾਂ ਇਹ ਬਾਜ਼ੀ ਹਾਰ ਜਾਈਏ, ਸ਼ਰਮਿੰਦਗੀ ਹੋਏ। ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ। ਹੁਣ ਫਿਰ ਉਹੀ ਗੱਲ ਫੈਸਲਾ ਦੇਣ ਲੱਗੇ ਇੱਥੇ, ਕਹਿੰਦੇ ਕੇਵਲ ਪੜ੍ਹੇ ਲਿਖੇ ਗਿਆਨੀ ਅਤੇ ਬੰਦਗੀ ਕਰਨ ਵਾਲਿਆਂ ਦਾ ਫੈਸਲਾ ਪ੍ਰਭੂ ਦੀ ਦਰਗਾਹ ਦੇ ਵਿੱਚ ਹੁੰਦਾ। ਪੜ੍ਹਿਆ, ਉਹ ਜਿਹੜਾ ਹੰਕਾਰ ਨਹੀਂ ਕਰ ਰਿਹਾ। ਹੁਣ ਇੱਥੇ ਸੀ ਪੜ੍ਹਿਆ ਹੋਵੇ ਗੁਨਹਗਾਰ, ਕਿਉਂਕਿ ਉਹ ਹੰਕਾਰ ਕਰ ਬੈਠਦਾ ਕਿ ਮੈਂ ਜ਼ਿਆਦਾ ਵੱਡਾ ਗਿਆਨੀ ਹਾਂ। ਦੇਖ ਲਓ ਪ੍ਰਚਾਰਕਾਂ ਦੇ ਵਿੱਚ ਵੀ ਥੋੜੇ ਜਿਹੇ ਵੱਡੇ ਗਿਆਨੀ ਹੁੰਦੇ ਆ, ਫਿਰ ਥੋੜੇ ਜਿਹੇ ਨੀਵੇਂ, ਫਿਰ ਥੋੜੇ ਜਿਹੇ ਨੀਵੇਂ। ਦੇਖ ਲਓ ਏਦਾਂ ਹੀ ਹੁੰਦਾ। ਏਦਾਂ ਹੀ ਜਿਹੜੇ ਰਾਗੀ ਬਣਾਉਂਦੇ ਬਣਦੇ ਆ, ਉਹਨਾਂ ਵਿੱਚ ਵੀ ਕੋਈ ਸ਼੍ਰੋਮਣੀ ਰਾਗੀ ਹੁੰਦੇ ਆ, ਕੋਈ ਬਹੁਤ ਹੀ ਘੈਂਟ ਜੀ, ਬਹੁਤ ਹੀ ਉੱਚਾ, ਜਿਹਨੇ ਲੱਖ ਰੁਪਇਆ ਲੈਣਾ ਘੰਟੇ ਦਾ। ਫਿਰ ਉਹ 80,000 ਵਾਲੇ ਆ ਜਾਣਗੇ, ਫਿਰ 70 ਵਾਲੇ, ਫਿਰ 50 ਵਾਲੇ, ਫਿਰ 11 ਵਾਲੇ, ਫਿਰ 1200 ਵਾਲੇ। ਇਹ ਕੀ ਟਕਵੰਜ, ਕੀ ਅਸੀਂ ਬਣਾ ਕੀ ਦਿੱਤਾ ਧਰਮ ਨੂੰ। ਐਸੀ ਕਲਾ ਨਾ ਖੇਡੀ ਹੈ ਜੇ ਦਰਗਾਹ ਗਿਆ ਹਾਰੀ ਹੈ। ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀ ਹੈ। ਕੇਵਲ ਪੜ੍ਹੇ ਲਿਖੇ ਗਿਆਨੀ, ਸੂਝਵਾਨ ਅਤੇ ਬੰਦਗੀ ਕਰਨ ਵਾਲਿਆਂ ਦਾ ਫੈਸਲਾ ਪ੍ਰਭੂ ਦੀ ਦਰਗਾਹ ਦੇ ਵਿੱਚ ਹੁੰਦਾ। ਮਾਇਆਧਾਰੀ ਮਨੁੱਖ, ਮਨਮੁਖ, ਸਾਕਤ, ਉਹਨੂੰ ਕਰਤੇ ਪੁਰਖ ਦੀ ਦਰਗਾਹ ਦੇ ਵਿੱਚ ਮਾਰ ਪੈਣੀ ਹੀ ਪੈਣੀ ਹੈ। ਇਸੇ ਤਰ੍ਹਾਂ ਉਹਨੇ ਦੁੱਖਾਂ 'ਚ, ਜੂਨਾਂ 'ਚ ਆਉਣਾ ਹੀ ਆਉਣਾ। ਮੋਹ ਚੱਲੇ ਸੋ ਅੱਗੇ ਮਾਰੀ ਹੈ। ਆਪਣੀ ਮਰਜ਼ੀ ਨਾਲ ਚੱਲਣ ਵਾਲੇ, ਆਪਣੇ ਆਪ ਨੂੰ ਸਮਝਣ ਵਾਲੇ ਕਿ ਅਸੀਂ ਮਾਇਆ ਤੋਂ ਪਰੇ ਹਾਂ, ਲੇਕਿਨ ਉਹ ਮਾਇਆ 'ਚ ਹੀ ਹੁੰਦੇ ਆ। ਇਹ ਨਮੋਸ਼ੀ ਦਾ ਕਾਰਨ ਬਣਦਾ, ਸ਼ਰਮਿੰਦਗੀ ਦਾ ਕਾਰਨ ਬਣਦਾ, ਔਰ ਅੱਗੇ ਦਰਗਾਹ ਦੇ ਵਿੱਚ ਜਾ ਕੇ ਐਸੇ ਬੰਦੇ ਮਾਰ ਖਾਂਦੇ। ਇੱਥੇ ਆਪਣੀ ਅੱਜ 12ਵੀਂ ਪੌੜੀ ਦੀ ਸਮਾਪਤੀ ਹੈ।